ਅਦਾਲਤੀ ਚੱਕਰਾਂ ਵਿੱਚ ਫਸੇ ਪੰਜਾਬ ਭਰ ਦੇ ਲੋਕਾਂ ਲਈ ਵੱਡੀ ਰਾਹਤ ਦੀ ਖਬਰ ਹੈ। ਜੀ ਹਾਂ, ਹੁਣ ਲੋਕਾਂ ਨੂੰ ਅਦਾਲਤਾਂ ਦੇ ਵਿੱਚ ਤਰੀਕਾ ਤੇ ਧੱਕੇ ਖਾਣ ਦੀ ਜ਼ਰੂਰਤ ਨਹੀਂ, ਕਿਉਂਕਿ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪੰਜਾਬ ਦੇ ਵੱਲੋਂ 10 ਜੁਲਾਈ ਨੂੰ ਨੈਸ਼ਨਲ ਲੋਕ ਅਦਾਲਤ ਲਗਾ ਕੇ ਇੱਕੋ ਦਿਨ ਵਿੱਚ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਸੰਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਚੇਅਰਪਰਸਨ ਮੈਡਮ ਹਰਪ੍ਰੀਤ ਕੌਰ ਜੀਵਨ ਨੇ ਸਾਰੇ ਬੈਂਕਾਂ ਦੇ ਮੈਨੇਜਰ, ਕੰਪਨੀਆਂ ਦੇ ਸਕੱਤਰ ਅਤੇ ਸਰਕਾਰੀ ਵਿਭਾਗ ਦੇ ਅਹੁਦੇਦਾਰ, ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਅਹੁਦੇਦਾਰ ਨਾਲ 10 ਜੁਲਾਈ 2021 ਨੂੰ ਹੋ ਰਹੀ ਲੋਕ ਅਦਾਲਤ ਸੰਬੰਧੀ ਮੀਟਿੰਗ ਕੀਤੀ। ਉਹਨਾਂ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਸਰ ਆਮ ਤੌਰ ਤੇ ਜਿਹੜੇ ਹੈਗੇ ਆ ਲੋਕ ਅਦਾਲਤਾਂ ਦੇ ਵਿੱਚ ਕਈ ਸਾਲ ਕੇਸ ਚੱਲਦੇ ਰਹਿੰਦੇ, ਉਹਨਾਂ ਲੋਕਾਂ ਦੇ ਲਈ ਕੀ ਰਾਹਤ ਦਿੱਤੀ ਜਾ ਰਹੀ ਹੈ, ਖਾਸ ਕੀ ਕੀਤਾ ਜਾ ਰਿਹਾ ਅਦਾਲਤ ਦੇ ਵੱਲੋਂ? ਆਪ ਦੇ ਮਾਧਿਅਮ ਰਾਹੀਂ ਮੈਂ ਪਬਲਿਕ ਨੂੰ ਇਹ ਦੱਸਣਾ ਚਾਹਾਂਗੀ ਕਿ 10 ਜੁਲਾਈ 2021 ਨੂੰ ਨੈਸ਼ਨਲ ਲੋਕ ਅਦਾਲਤ ਹੋਲਡ ਹੋ ਰਹੀ ਹੈ। ਇਸ ਲੋਕ ਅਦਾਲਤ ਦਾ ਮੰਤਵ ਇਹ ਹੈ ਕਿ ਕਾਫੀ ਸਮੇਂ ਤੋਂ ਜੋ ਲੋਕਾਂ ਦੇ ਕੇਸਿਸ ਲਟਕੇ ਹੁੰਦੇ ਹਨ, ਉਹਨਾਂ ਨੂੰ ਸਮਝਾ ਬੁਝਾ ਕੇ ਬੈਠ ਕੇ ਉਹਨਾਂ ਦੀ ਮੀਡੀਏਸ਼ਨ ਕਰਕੇ ਉਹਨਾਂ ਦਾ ਫੈਸਲਾ ਕਰਾਇਆ ਜਾਏ। ਲੋਕ ਅਦਾਲਤ ਦੇ ਰਾਹੀਂ ਜੋ ਫੈਸਲਾ ਹੁੰਦਾ ਹੈ ਉਹਦੇ ਵਿੱਚ ਸਿਰਫ ਇੱਕ ਕੇਸ ਦਾ ਨਿਪਟਾਰਾ ਨਹੀਂ ਹੁੰਦਾ, ਇਸ ਦੇ ਵਿੱਚ ਇੱਕ ਪੂਰੇ ਝਗੜੇ ਦਾ ਨਿਪਟਾਰਾ ਹੋ ਜਾਂਦਾ ਹੈ। ਦੋਨੋਂ ਪਾਰਟੀਆਂ ਦੇ ਆਪਸ ਦਾ ਮਨਮੁਟਾਵ ਖਤਮ ਹੋ ਜਾਂਦਾ ਹੈ। ਦੋਨੋਂ ਪਾਰਟੀਆਂ ਆਪਸ ਵਿੱਚ ਆਪਣੀ ਮਰਜ਼ੀ ਦੇ ਨਾਲ ਇੱਕ ਸਮਝੌਤਾ ਤੈਅ ਕਰਦੀਆਂ ਹਨ ਅਤੇ ਉਸ ਸਮਝੌਤੇ ਦੇ ਉੱਪਰ ਲੋਕ ਅਦਾਲਤ ਆਪਣੀ ਮੋਹਰ ਲਗਾ ਦਿੰਦੀ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਦੋਨੋਂ ਪਾਰਟੀਆਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਸ ਫੈਸਲੇ ਦੇ ਉੱਤੇ ਕੋਈ ਅਪੀਲ ਜਾਂ ਰਿਵੀਜ਼ਨ ਨਹੀਂ ਫਾਈਲ ਹੋਏਗੀ। ਇਹ ਸੈਟਲਮੈਂਟ ਵਨਸ ਫॉर ਆਲ ਹੈ ਔਰ ਦੋਨੋਂ ਪਾਰਟੀਆਂ ਖੁਸ਼ੀ ਆਪਣੇ ਰਿਲੇਸ਼ਨਸ਼ਿਪਸ ਨੂੰ ਦੁਬਾਰਾ ਬਰਕਰਾਰ ਰੱਖਦੀਆਂ ਹਨ। ਇਸ ਤੋਂ ਇਲਾਵਾ ਫਾਈਨੈਂਸ਼ੀਅਲ ਬੈਨੀਫਿਟ ਵੀ ਇਹ ਹੈ ਕਿ ਜੋ ਉਹਨਾਂ ਨੇ ਕੋਰਟ ਫੀਸ ਲਗਾਈ ਹੁੰਦੀ ਹੈ ਉਹ ਵਾਪਸ ਹੋ ਜਾਂਦੀ ਹੈ, ਅਤੇ ਜੋ ਕੋਰਟ ਦੇ ਵਿੱਚ ਫੈਸਲਾ ਹੋਣ 'ਚ ਕੁਝ ਸਮਾਂ ਲੱਗਦਾ ਹੈ, ਉਸ ਕਾਫੀ ਕੋਵਿਡ-19 ਦੇ ਕਾਰਨ ਕਾਫੀ ਸਮੇਂ ਤੋਂ ਜੋ ਕੇਸਿਸ ਵਿੱਚ ਸੁਣਵਾਈ ਨਹੀਂ ਹੋ ਸਕੀ ਸੀ, ਉਸ ਦੇ ਵਿੱਚ ਵੀ ਲੋਕਾਂ ਲਈ ਇੱਕ ਬਹੁਤ ਵੱਡਾ ਰਾਹਤ ਵਾਲਾ ਸਟੈਪ ਹੈ ਕਿ ਉਹ ਕੇਸਿਸ ਦੀ ਸੁਣਵਾਈ ਜੋ ਹੈ ਉਹਨਾਂ ਦੀ ਮਰਜ਼ੀ ਦੇ ਨਾਲ, ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦਾ ਫੈਸਲਾ ਹੋ ਸਕੇਗਾ। ਇਸ ਵਾਸਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਵੱਲੋਂ ਇੱਕ ਬਹੁਤ ਵੱਡਾ ਉਪਾਅ ਕੀਤਾ ਗਿਆ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਵੱਧ ਤੋਂ ਵੱਧ ਬੈਂਚ ਲਗਾਏ ਜਾਣਗੇ, ਜਿਸ ਦੇ ਵਿੱਚ ਵੱਧ ਤੋਂ ਵੱਧ ਕੇਸਿਸ ਨੂੰ ਅਸੀਂ ਲਗਾਵਾਂਗੇ। ਅਤੇ ਇਸ ਲੋਕ ਅਦਾਲਤ ਦੇ ਵਿੱਚ ਜੋ ਵੀ ਕੇਸ ਹਨ, ਸਿਵਲ ਕੇਸ ਵੀ ਲੱਗ ਸਕਦਾ ਹੈ ਔਰ ਕ੍ਰਿਮੀਨਲ ਕੇਸ ਵੀ ਲੱਗ ਸਕਦਾ ਹੈ। ਜੋ ਸਿਵਲ ਨੇਚਰ ਦਾ ਕੇਸ ਹੈ ਉਹ ਕੋਈ ਵੀ ਕੈਟੇਗਰੀ ਦਾ ਕੇਸ ਹੋ ਸਕਦਾ ਹੈ, ਔਰ ਜੋ ਕ੍ਰਿਮੀਨਲ ਕੇਸਿਸ ਹੈ ਜਿਹੜੇ ਕਿ ਜਿਨ੍ਹਾਂ ਦੇ ਵਿੱਚ CRPC ਦੇ ਤਹਿਤ ਉਹਨਾਂ ਨੂੰ ਕੰਪਾਊਂਡੇਬਲ ਲਿਖਿਆ ਗਿਆ ਹੈ, ਉਹ ਕੈਟੇਗਰੀ ਦੇ ਕੇਸਿਸ ਲੱਗ ਸਕਦੇ ਹਨ। ਇਸ ਤੋਂ ਇਲਾਵਾ ਅਗਰ ਕੋਈ ਪੇਮੈਂਟਸ ਰਿਲੀਜ਼ ਹੋਣੀਆਂ ਹਨ, ਕੋਈ ਜੋ ਕੋਰਟਸ ਵਿੱਚ ਪਈਆਂ ਹਨ, ਉਹ ਸਾਰੀਆਂ ਵੀ ਰਿਲੀਜ਼ ਹੋ ਸਕਦੀਆਂ ਹਨ। ਕੋਈ ਕੈਂਸਲੇਸ਼ਨ ਰਿਪੋਰਟਸ ਹਨ, ਉਹ ਉਹਨਾਂ ਦੀ ਸੁਣਵਾਈ ਹੋ ਸਕਦੀ ਹੈ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਇੱਕ ਵਾਰੀ ਪਬਲਿਕ ਨੂੰ ਇਹ ਮੈਸੇਜ ਦਿੰਦੀ ਹਾਂ ਕਿ ਤੁਸੀਂ ਆਪ ਵੱਧ ਤੋਂ ਵੱਧ ਲੋਕ ਅਦਾਲਤ ਦੇ ਵਿੱਚ ਪਾਰਟੀਸਿਪੇਟ ਕਰੋ। ਆਪਣਾ ਕੇਸ ਲਗਵਾਉਣ ਵਾਸਤੇ ਤੁਸੀਂ ਸੈਕਟਰੀ DLSA ਦੇ ਆਫਿਸ ਦੇ ਵਿੱਚ ਟੈਲੀਫੋਨ ਰਾਹੀਂ ਜਾਂ ਖੁਦ ਪਰਸਨਲੀ ਜਾਂ ਆਪਣੇ ਵਕੀਲ ਰਾਹੀਂ ਪਹੁੰਚ ਕਰੋ, ਅਤੇ ਉਹਨਾਂ ਦਾ ਜੋ ਟੈਲੀਫੋਨ ਨੰਬਰ ਹੈ ਉਹ ਉਸ 'ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। 1968 ਸਾਡਾ ਲੀਗਲ ਸਰਵਿਸ ਅਥਾਰਟੀ ਦਾ ਇੱਕ ਸਾਂਝਾ ਨੰਬਰ ਹੈ, ਜਿਸ ਦੇ ਉੱਪਰ ਕਦੀ ਵੀ ਕਿਤੋਂ ਵੀ ਤੁਸੀਂ ਪੰਜਾਬ ਲੀਗਲ ਸਰਵਿਸ ਅਥਾਰਟੀ ਨੂੰ ਕੰਟੈਕਟ ਕਰ ਸਕਦੇ ਹੋ। ਕਿਸ ਤਰ੍ਹਾਂ ਜਿਹੜਾ ਹੈਗਾ ਦੋਨੇ ਪਾਰਟੀਆਂ ਨੂੰ ਕਿਵੇਂ ਫਾਇਦਾ ਹੁੰਦਾ ਅਤੇ ਕਿਵੇਂ ਆਪਸੀ ਜਿਹੜਾ ਪਿਆਰ ਕਰਦੇ ਨੇ? ਅਸੀਂ ਲੋਕ ਅਦਾਲਤ ਦਾ ਜੋ ਲਗਾਉਣ ਦਾ ਤਰੀਕਾ ਹੈ ਕਿ ਹਰ ਇੱਕ ਬੈਂਚ ਦੇ ਵਿੱਚ ਇੱਕ ਜੁਡੀਸ਼ੀਅਲ ਆਫੀਸਰ ਹੁੰਦਾ ਹੈ ਅਤੇ ਉਸ ਦੇ ਨਾਲ 2 ਮੈਂਬਰਸ ਹੁੰਦੇ ਹਨ। ਉਹ ਮੈਂਬਰਸ ਦੇ ਵਿੱਚੋਂ ਸਮਾਜ ਸੇਵਕ ਹੁੰਦੇ ਹਨ ਜਾਂ ਜਿਨ੍ਹਾਂ ਦਾ ਕੁਝ ਐਕਸਪੀਰੀਅੰਸ ਹੁੰਦਾ ਹੈ, ਜੋ ਕਿ ਲੋਕਾਂ ਦੀ ਮਨੋ ਅਵਸਥਾ ਨੂੰ, ਮਾਨਸਿਕਤਾ ਨੂੰ ਸਮਝਦੇ ਹਨ, ਐਸੇ ਮੈਂਬਰਸ ਚੁਣੇ ਜਾਂਦੇ ਹਨ। ਤਾਂ ਲੋਕਾਂ ਦੋਨੋਂ ਧਿਰਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਇੱਕ ਮਾਹੌਲ ਐਸਾ ਕ੍ਰੀਏਟ ਕੀਤਾ ਜਾਂਦਾ ਹੈ ਜਿੱਥੇ ਕਿ ਕੋਰਟ ਵਰਗਾ ਮਾਹੌਲ ਨਹੀਂ ਹੁੰਦਾ, ਜਿੱਥੇ ਕਿ ਕੋਰਟ ਦੇ ਅੰਦਰ ਹੀ ਇੱਕ ਗਰਾਊਂਡ ਲੈਵਲ 'ਤੇ ਆ ਕੇ ਪਾਰਟੀਜ਼ ਐਵੇਂ ਬੈਠਦੀਆਂ ਹਨ ਜਿਸ ਤਰ੍ਹਾਂ ਕਿ ਅਸੀਂ ਪੰਚਾਇਤ ਵਿੱਚ ਬੈਠੇ ਹਾਂ। ਤਾਂ ਸਭ ਤੋਂ ਪਹਿਲਾਂ ਇਸ ਮਾਹੌਲ ਦਾ ਫਾਇਦਾ ਇਹ ਹੁੰਦਾ ਕਿ ਦੋਨੋਂ ਪਾਰਟੀਜ਼ ਨੂੰ ਇਹ ਲੱਗਦਾ ਹੈ
ਕਿ ਅਸੀਂ ਅੱਜ ਇੱਕ ਲੜਾਈ ਦੇ ਮਕਸਦ ਨਾਲ ਨਹੀਂ ਆਏ, ਅਸੀਂ ਅੱਜ ਇੱਕ ਸਮਝੌਤੇ ਦੇ ਮਕਸਦ ਦੇ ਵਿੱਚ ਆਏ ਹਾਂ। ਸੋ ਜਦੋਂ ਇਹ ਮਾਹੌਲ ਇਸ ਤਰ੍ਹਾਂ ਦਾ ਪੈਦਾ ਹੁੰਦਾ ਹੈ ਤਾਂ ਗੱਲਬਾਤ ਦੀ ਸ਼ੁਰੂਆਤ ਵੀ ਇਸੇ ਤਰ੍ਹਾਂ ਹੁੰਦੀ ਹੈ। ਤਾਂ ਜੋ ਵੀ ਪ੍ਰੀਜ਼ਾਈਡਿੰਗ ਆਫੀਸਰ ਹੁੰਦੇ ਹਨ ਔਰ ਜੋ ਵੀ ਮੈਂਬਰ ਸਾਹਿਬਾਨ ਹੁੰਦੇ ਹਨ, ਉਹ ਬੜੇ ਸੁਲਝੇ ਤਰੀਕੇ ਨਾਲ ਦੋਨਾਂ ਦੀ ਗੱਲਬਾਤ ਸੁਣਦੇ ਹਨ ਅਤੇ ਫਿਰ ਦੋਨਾਂ ਨੂੰ ਮਨੋਵਿਗਿਆਨਿਕ ਤਰੀਕੇ ਦੇ ਨਾਲ ਕੋਈ ਨਾ ਕੋਈ ਰਸਤਾ ਦੱਸਦੇ ਹਨ ਕਿ ਤੁਸੀਂ ਅਗਰ ਇਸ ਤਰ੍ਹਾਂ ਆਪਣੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਐਫਰਟਸ ਕਰਦੇ ਹਨ ਕਿ ਤੁਸੀਂ ਆਪਣੀ ਰੰਜਿਸ਼ ਨੂੰ ਖਤਮ ਕਰੋ। ਉਹਨਾਂ ਨੂੰ ਕੁਝ ਕੋਈ ਪ੍ਰਪੋਜ਼ਲਸ ਵੀ ਦੱਸਦੇ ਹਨ ਕਿ ਤੁਸੀਂ ਐਵੇਂ ਆਪਣਾ ਫੈਸਲਾ ਕਰ ਸਕਦੇ ਹੋ। ਇੱਕ ਧਿਰ ਕੋਈ ਥੋੜ੍ਹੀ ਗੱਲ ਛੱਡ ਸਕਦੀ ਹੈ, ਦੂਸਰੀ ਧਿਰ ਮੰਨ ਸਕਦੀ ਹੈ। ਤਾਂ ਫਿਰ ਦੋਨਾਂ ਧਿਰਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਲੜਾਈ ਦੇ ਰਸਤੇ ਤੋਂ ਹਟ ਕੇ ਅਗਰ ਥੋੜ੍ਹਾ ਬਹੁਤਾ ਘਾਟਾ ਵਾਧਾ ਕਰਕੇ ਕੋਈ ਫੈਸਲਾ ਕਰ ਲਈਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲਿਟੀਗੇਸ਼ਨ ਤੋਂ ਬਚ ਸਕਦੇ ਹਾਂ ਅਤੇ ਐਟ ਦ ਸੇਮ ਟਾਈਮ ਉਹਨਾਂ ਦਾ ਫੈਸਲਾ ਜਿਹੜਾ ਹੈ ਉਹ ਵਨਸ ਫॉर ਆਲ ਸੈਟਲ ਹੋ ਜਾਂਦਾ ਹੈ। ਉਸ ਦੀ ਕੋਈ ਅਪੀਲ ਨਹੀਂ ਹੁੰਦੀ। ਇਹਦਾ ਸਮਾਂ ਕੀ ਹੈ ਅਤੇ ਜਿਹੜੇ ਹੈਗੇ ਆ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਦੌਰਾਨ ਪਿਛਲੇ ਸਮੇਂ ਦੌਰਾਨ ਔਨਲਾਈਨ ਜਿਹੜੀ ਹੈਗੀ ਆ ਵੈਬ 'ਤੇ ਜਿਹੜੀ ਹੈਗੀ ਸੁਣਵਾਈ ਹੁੰਦੀ, ਇਸ ਵਾਰੀ ਜਿਹੜਾ ਮੈਨੂੰ ਪੁਰਾਣੇ ਸਮੇਂ ਦੀ ਤਰ੍ਹਾਂ ਲੱਗਣਗੀਆਂ? ਅਸੀਂ ਦੋਨੋਂ ਤਰੀਕੇ ਦੇ ਨਾਲ ਲੋਕ ਅਦਾਲਤ ਲਗਾਵਾਂਗੇ। ਕੋਰਟ ਦੇ ਵਿੱਚ ਫਿਜ਼ੀਕਲੀ ਹੀਅਰਿੰਗ ਵਾਸਤੇ ਵੀ ਲੋਕ ਅਦਾਲਤ ਲਗਾਵਾਂਗੇ, ਲੇਕਿਨ ਫਿਜ਼ੀਕਲ ਹੀਅਰਿੰਗ ਕਰਦੇ ਸਮੇਂ ਅਸੀਂ ਸਾਰੇ ਪ੍ਰੋਟੋਕੋਲਸ ਫੋਲੋ ਕਰਾਂਗੇ ਜੋ ਕਿ ਹੈਲਥ ਡਿਪਾਰਟਮੈਂਟ ਵੱਲੋਂ ਕੋਵਿਡ-19 ਦੀ ਪ੍ਰੀਵੈਂਸ਼ਨ ਲਈ ਦੱਸੇ ਗਏ ਹਨ। ਅਤੇ ਜੇ ਕੋਈ ਪਾਰਟੀ ਦੂਰ ਦੁਰਾਡੀ ਜਗ੍ਹਾ 'ਤੇ ਹੈ ਜਾਂ ਕਿਸੇ ਬਾਹਰਲੇ ਸੂਬੇ ਵਿੱਚ ਹੈ ਅਤੇ ਉਹ ਲੋਕ ਅਦਾਲਤ ਵਿੱਚ ਪਾਰਟੀਸੀਪੇਟ ਕਰਨਾ ਚਾਹੁੰਦੀ ਹੈ ਤਾਂ ਅਸੀਂ ਔਨਲਾਈਨ ਦੇ ਰਾਹੀਂ ਵੀ ਉਸਨੂੰ ਇਹਦੇ ਵਿੱਚ ਜੁੜਨ ਦਾ ਅਖਤਿਆਰ ਦੇਵਾਂਗੇ। ਔਨਲਾਈਨ ਜੁੜਨ ਦੇ ਵਾਸਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਸੈਕਟਰੀ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ ਜਾਂ ਕੋਰਟ ਦੇ ਕੰਸਰਨਡ ਰੀਡਰ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ। ਅਤੇ ਇੱਕ ਜੋ ਲੋਕਲ DLSA ਦਾ ਨੰਬਰ ਹੈ ਉਹ ਵੀ ਮੈਂ ਦੱਸਣਾ ਚਾਹਾਂਗੀ, 01881 ਕੋਡ ਹੈ ਅਤੇ 220171 ਲੈਂਡਲਾਈਨ ਨੰਬਰ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਰੂਪਨਗਰ ਦਾ। ਅਪਾਰਟ ਫਰੋਮ ਦਿਸ ਪੂਰੇ ਪੰਜਾਬ ਦੇ ਵਿੱਚ ਤੁਸੀਂ 1968 'ਤੇ ਕੰਟੈਕਟ ਕਰਕੇ ਟੋਲ ਫ੍ਰੀ ਨੰਬਰ 'ਤੇ ਵੀ ਕਾਲ ਕਰਕੇ ਪੁੱਛ ਸਕਦੇ ਹੋ ਤਰੀਕਾ। ਮੈਡਮ ਕੀ ਜ਼ਿਆਦਾ ਕਹਿਣਾ ਮੈਂ ਪਬਲਿਕ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਾਰੇ ਮਨੁੱਖ ਆਪਸ ਦੇ ਵਿੱਚ ਛੋਟਾ ਮੋਟਾ ਲੜਾਈ ਝਗੜਾ ਹੁੰਦਾ ਹੈ, ਲੇਕਿਨ ਅਗਰ ਤੁਹਾਨੂੰ ਸਮਾਂ ਪੈਣ ਦੇ ਨਾਲ ਇੱਕ ਕੋਈ ਸਮਝੌਤੇ ਦੀ ਗੱਲ ਚਲਾਉਂਦਾ ਹੈ ਤਾਂ ਅਗਰ ਤੀਸਰੀ ਧਿਰ ਆ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦੋਨੋਂ ਪਾਰਟੀਜ਼ ਨੂੰ ਇਹ ਆਸਾਨ ਲੱਗਦਾ ਹੈ ਕਿ ਉਹ ਸਮਝੌਤਾ ਕਰ ਸਕਣ। ਅਗਰ ਅਸੀਂ ਇਹ ਸੋਚਦੇ ਹਾਂ ਕਿ ਦੋਨੋਂ ਪਾਰਟੀ ਦਾ ਝਗੜਾ ਹੋਇਆ ਹੈ, ਇੱਕ ਪਾਰਟੀ ਦੂਜੀ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਅਤੇ ਦੂਸਰੀ ਪਾਰਟੀ ਪਹਿਲੀ ਪਾਰਟੀ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਇਸ ਕਾਰਨ ਈਗੋ ਦੇ ਕਾਰਨ ਜੋ ਹੈ ਉਹ ਸਮਝੌਤਾ ਨਹੀਂ ਹੋ ਪਾਉਂਦਾ ਜਾਂ ਸਮਝੌਤੇ ਦੀ ਗੱਲਬਾਤ ਹੀ ਨਹੀਂ ਸ਼ੁਰੂ ਹੁੰਦੀ। ਲੋਕ ਅਦਾਲਤ ਇੱਕ ਐਡਾ ਵਧੀਆ ਮਾਧਿਅਮ ਹੈਗਾ ਜਿੱਥੇ ਦੋਨੋਂ ਪਾਰਟੀਜ਼ ਨੂੰ ਇਹ ਲੱਗਦਾ ਹੈ ਕਿ ਮੈਂ ਗੱਲ ਦੀ ਸ਼ੁਰੂਆਤ ਨਹੀਂ ਕੀਤੀ। ਅਸੀਂ ਪਲੇਟਫਾਰਮ 'ਤੇ ਆਉਂਦੇ ਹਾਂ ਲੋਕਾਂ ਦੇ, ਅਸੀਂ ਨੀਚੇ ਆ ਕੇ ਗੱਲ ਕਰਦੇ ਹਾਂ ਕਿ ਅਸੀਂ ਐਫਰਟਸ ਕਰ ਰਹੇ ਹਾਂ ਤੁਹਾਡੇ ਲਈ, ਤੁਸੀਂ ਇਸ ਗੱਲਬਾਤ ਦੇ ਜ਼ਰੀਏ ਰਾਹੀਂ ਆਪਸ ਸਮਝੌਤਾ ਕਰੋ। ਸੋ ਜਦੋਂ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਅਦਾਲਤ ਖੁਦ ਸਟੈਪ ਡਾਊਨ ਕਰਕੇ ਆਈ ਹੈ, ਉਹ ਖੁਦ ਐਫਰਟਸ ਕਰ ਰਹੇ ਹਨ, ਉਹ ਖੁਦ ਸੋਸ਼ਲ ਲੈਵਲ 'ਤੇ ਫੈਮਿਲੀ ਲੈਵਲ 'ਤੇ ਆ ਕੇ ਸਾਡੇ ਨਾਲ ਗੱਲ ਕਰ ਰਹੇ ਹਨ ਤਾਂ ਇਹਦਾ ਬੜਾ ਅੱਛਾ ਰਿਸਪੌਂਸ ਮਿਲਦਾ ਹੈ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ TV ਦੇ ਲਈ ਰਿਪੋਰਟ।